ਅੱਜ ਦੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ ਦੇ ਬਾਰੇ। 1 ਜਨਵਰੀ 2018 ਦੇ ਵਿੱਚ ਵਿਕਟੋਰੀਆ ਦੀ ਗਵਰਨਮੈਂਟ ਨੇ ਇੱਕ ਲੈਂਡ ਟੈਕਸ ਇੰਟਰੋਡਿਊਸ ਕੀਤਾ ਸੀਗਾ, ਜਿਹਦੇ ਵਿੱਚ 16 ਸਪੈਸੀਫਿਕ ਕਾਉਂਸਲ ਏਰੀਆ ਚੁਣੇ ਗਏ ਸੀ, ਜਿਨ੍ਹਾਂ ਦੇ ਵਿੱਚ ਜਿਹੜੇ ਘਰ ਨੇ ਉਹ ਸਾਲ ਦੇ ਵਿੱਚ 1 ਸਾਲ ਦਾ ਜੋ ਕਿ ਪੀਰੀਅਡ ਹੈ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ, ਉਹਦੇ ਵਿੱਚ 6 ਮਹੀਨੇ ਤੋਂ ਵੱਧ ਖਾਲੀ ਰਹਿੰਦੇ ਨੇ। ਉਹ ਟੈਕਸ ਦਾ ਨਾਮ ਦਿੱਤਾ ਸੀਗਾ ਵਿਕਟੋਰੀਅਨ ਗਵਰਨਮੈਂਟ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ। ਪਹਿਲਾਂ ਇਹ ਟੈਕਸ ਸਿਰਫ ਕੁਝ ਸਪੈਸੀਫਿਕ ਏਰੀਆ ਵਿੱਚ ਲੱਗਦਾ ਸੀ ਜੋ ਕਿ ਮੈਲਬਨ ਦੇ ਨੇੜਲੇ ਇਲਾਕੇ ਨੇ, ਯਾਨੀ ਕਿ ਇਨਰ ਸਬਰਬਸ ਜਾਂ ਮਿਡਲ ਏਰੀਆ ਦੇ ਜਿਹੜੇ ਸਬਰਬਸ ਨੇ ਉਹਨਾਂ ਵਿੱਚ ਹੀ ਲੱਗਦਾ ਸੀਗਾ। ਮਗਰ ਹੁਣ ਗਵਰਨਮੈਂਟ ਨੇ ਇਹਨੂੰ ਐਕਸਪੈਂਡ ਕਰਕੇ ਪੂਰੀ ਸਟੇਟ ਦੇ ਵਿੱਚ ਇਹਨੂੰ ਲੈ ਆਂਦਾ ਆ, ਇੰਕਲੂਡਿੰਗ ਰੀਜਨਲ ਏਰੀਏ। ਤਾਂ ਇਹ ਲਾਗੂ ਹੋਏਗਾ 1 ਜਨਵਰੀ 2025 ਤੋਂ। ਹੁਣ ਸਭ ਤੋਂ ਪਹਿਲਾਂ ਦੇਖਦੇ ਆ ਜੀ ਕਿ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ ਹੈ ਕੀ। ਇਹਨੂੰ ਤੁਸੀਂ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ ਕਹਿ ਲਓ ਜਾਂ ਫਿਰ ਵੈਕੈਂਟ ਪ੍ਰੋਪਰਟੀ ਲੈਂਡ ਟੈਕਸ ਕਹਿ ਲਓ, ਇੱਕੋ ਹੀ ਗੱਲ ਆ। ਹੁਣ ਇਹ ਟੈਕਸ ਉਹਨਾਂ ਪ੍ਰੋਪਰਟੀਜ਼ ਦੇ ਉੱਤੇ ਲੱਗਦਾ ਆ ਜਿਹੜੀ ਪ੍ਰੋਪਰਟੀਜ਼ 6 ਮਹੀਨੇ ਤੋਂ ਵੱਧ ਖਾਲੀ ਪਈਆਂ ਨੇ, ਯਾਨੀ ਕਿ 1 ਸਾਲ ਦਾ ਜੋ ਕੈਲੰਡਰ 1 ਜਨਵਰੀ ਤੋਂ 31 ਦਸੰਬਰ ਤੱਕ ਦਾ ਕੈਲੰਡਰ ਹੈ ਉਹ ਕੈਲਕੂਲੇਟ ਕੀਤਾ ਜਾਏਗਾ। ਜੇ ਉਹਦੇ ਵਿੱਚ ਤੁਹਾਡੀ ਪ੍ਰੋਪਰਟੀ 6 ਮਹੀਨੇ ਤੋਂ ਵੱਧ ਟਾਈਮ ਦੇ ਲਈ ਖਾਲੀ ਆ ਤੇ ਇਹ ਟੈਕਸ ਤੁਹਾਡੇ ਉੱਤੇ ਲੱਗੇਗਾ। ਔਰ ਟੈਕਸ ਹੈਗਾ ਜੀ 1% ਆਫ ਦਾ ਵੈਲਿਊ ਆਫ ਦੈਟ ਪ੍ਰੋਪਰਟੀ। ਜੇ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਇੰਕਲੂਡਿੰਗ ਕੰਸਟਰਕਸ਼ਨ ਜੇ ਉਹਦੀ ਵੈਲਿਊ 5 ਲੱਖ ਹੈਗੀ ਆ ਤਾਂ ਤੁਹਾਡੇ ਦੇ ਉੱਤੇ 1 ਸਾਲ ਦੇ ਵਿੱਚ $5000 ਲੈਂਡ ਟੈਕਸ ਜਿਹੜਾ ਹੈ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ ਹੈ ਉਹ ਲੱਗੇਗਾ। ਇਹ ਨਹੀਂ ਕਿ 1 ਸਾਲ ਦੇ ਵਿੱਚ ਇਕੱਠੀ ਤੁਹਾਡੀ ਪ੍ਰੋਪਰਟੀ 6 ਮਹੀਨੇ ਦੀ ਖਾਲੀ ਹੈ ਤਾਂ ਟੈਕਸ ਲੱਗੇਗਾ। ਇਹ ਕੈਜੂਅਲੀ ਵੀ ਹੋ ਸਕਦਾ, ਯਾਨੀ ਕਿ ਜੇ ਮੰਨ ਲਓ ਪ੍ਰੋਪਰਟੀ ਤੁਹਾਡੀ ਸਾਲ ਦੇ ਪਹਿਲੇ 2 ਮਹੀਨੇ ਖਾਲੀ ਹੈ, ਫਿਰ ਤੁਸੀਂ ਇਹਦੇ ਵਿੱਚ ਜਾ ਕੇ ਕੋਈ 2 ਜਾਂ 3 ਮਹੀਨੇ ਰਹਿੰਦਾ ਆ, ਫਿਰ ਜਾ ਕੇ 2-3 ਮਹੀਨੇ ਲਈ ਖਾਲੀ ਹੈ। ਮਗਰ ਜੇ ਉਹ ਸਾਰਾ ਟਾਈਮ ਪੀਰੀਅਡ ਜਿਹੜਾ ਸਾਲ ਦਾ ਉਹ 6 ਮਹੀਨੇ ਤੋਂ ਵੱਧ ਬਣਦਾ ਆ ਪ੍ਰੋਪਰਟੀ ਖਾਲੀ ਰਹਿਣ ਦਾ, ਤਾਂ ਉਹਦੇ ਉੱਤੇ ਇਹ ਟੈਕਸ ਲੱਗੇਗਾ। ਔਰ ਹਰ ਇਨਸਾਨ ਨੂੰ ਜਿਹੜਾ ਵੀ ਰੈਜ਼ੀਡੈਂਸ਼ੀਅਲ ਜਾਂ ਪ੍ਰੋਪਰਟੀ ਓਨਰ ਇਸ ਇਲਾਕੇ ਵਿੱਚ ਰਹਿੰਦਾ ਹੈ ਮੈਲਬਨ ਦੇ ਜਾਂ ਵਿਕਟੋਰੀਆ ਦੇ ਵਿੱਚ, ਉਹਨੂੰ ਆਪ ਹੀ ਜਾਣਕਾਰੀ ਜਿਹੜੀ ਹੈ ਉਹ ਦੇਣੀ ਪਵੇਗੀ ਕਿ ਉਹਦੀ ਪ੍ਰੋਪਰਟੀ ਇੰਨੇ ਚਿਰ ਦੇ ਲਈ ਖਾਲੀ ਹੈ। ਹੁਣ ਗੱਲ ਕਰਦੇ ਹਾਂ ਕਿ ਐਕਚੁਅਲ 'ਚ ਟੈਕਸ ਲਾਉਣ ਦੀ ਜ਼ਰੂਰਤ ਕਿਉਂ ਪਈ। ਵਿਕਟੋਰੀਆ ਵਿੱਚ ਆਲਰੇਡੀ ਹਾਊਸਿੰਗ ਸ਼ਾਰਟੇਜ ਚੱਲ ਰਹੀ ਹੈ, ਜਿਹਦੇ ਕਰਕੇ ਰੈਂਟਲ ਕ੍ਰਾਈਸਿਸ ਵੀ ਚੱਲ ਰਿਹਾ ਆ। ਬਹੁਤ ਸਾਰੀਆਂ ਜਿਹੜੇ ਲੋਕ ਨੇ ਉਹਨਾਂ ਨੂੰ ਘਰ ਰੈਂਟ 'ਤੇ ਨਹੀਂ ਮਿਲ ਰਹੇ, ਪ੍ਰੋਪਰਟੀਜ਼ ਖਾਲੀ ਪਈਆਂ ਹੋਈਆਂ ਨੇ, ਕੋਈ ਉਹਨਾਂ ਨੂੰ ਰੈਂਟ 'ਤੇ ਨਹੀਂ ਚੱਲ ਰਿਹਾ ਕਿਉਂਕਿ ਕੋਈ ਉਹਨਾਂ 'ਤੇ ਰਹਿ ਨਹੀਂ ਰਿਹਾ। ਕਈ ਲੈਂਡਸ ਖਾਲੀ ਹੋਈ ਪਈਆਂ ਨੇ, ਉਹਦੇ 'ਤੇ ਕੋਈ ਡਿਵੈਲਪ ਨਹੀਂ ਕਰ ਰਿਹਾ ਜਾਂ ਉਹਨਾਂ ਨੂੰ ਬਣਾ ਨਹੀਂ ਰਿਹਾ, ਉਹਦੇ 'ਤੇ ਬਿਲਡਿੰਗ ਨਹੀਂ ਕਰ ਰਹੇ। ਉਹਦੇ ਕਈ ਵੇਰੀਅਸ ਰੀਜ਼ਨਸ ਹੋ ਸਕਦੇ ਨੇ। ਤਾਂ ਟ੍ਰੈਜਰ ਪੈਲੇਸ ਕਹਿੰਦੇ ਨੇ ਕਿ ਮੈਲਬਨ ਦੇ ਮੈਟਰੋਪੋਲੀਟਨ ਇਲਾਕੇ ਦੇ ਵਿੱਚ ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਵੈਕੈਂਟ ਲੈਂਡ ਸਾਲ ਬਦ ਸਾਲ ਜਿਹੜੀ ਆ ਉਹ ਪਈ ਹੋਈ ਹੈ ਖਾਲੀ ਤੇ ਡਿਵੈਲਪ ਨਹੀਂ ਹੋ ਰਹੀ। ਇਹ ਸਾਡਾ ਇੱਕ ਕਲੀਅਰ ਮੈਸੇਜ ਹੈਗਾ ਆ ਡਿਵੈਲਪਰਸ ਨੂੰ ਕਿ ਉਹ ਲੈਂਡ ਨੂੰ ਡਿਵੈਲਪ ਕਰਨ ਜਾਂ ਫਿਰ ਕਿਸੇ ਹੋਰ ਨੂੰ ਵੇਚ ਦੇ ਜਿਹੜਾ ਕਿ ਉਹਨੂੰ ਡਿਵੈਲਪ ਕਰੇ। ਮੇਨ ਮੋਟਿਵ ਗਵਰਨਮੈਂਟ ਦਾ ਇਹੀ ਹੈ ਕਿ ਕੋਈ ਵੀ ਜਿਹੜੀ ਲੈਂਡ ਖਾਲੀ ਹੈ, ਬਲੌਕ ਹੈ, ਉਹ ਨਾ ਰਵੇ, ਉਹਦੇ ਉੱਤੇ ਡਿਵੈਲਪਮੈਂਟ ਹੋਵੇ ਤਾਂ ਕਿਸੇ ਦੇ ਰਹਿਣ ਲਈ ਉਹ ਘਰ ਬਣੇ, ਭਾਵੇਂ ਉਹ ਰੈਂਟ 'ਤੇ ਆ ਜਾਂ ਉਹ ਪ੍ਰੋਪਰਟੀ ਓਨਰ ਹੈਗਾ ਆ। ਔਰ ਇਹੀ ਚੀਜ਼ ਉਹ ਕੋਈ ਖਾਲੀ ਪਿਆ ਘਰ ਆ ਉਦੋਂ ਵੀ ਇਨਕਰੇਜ ਕਰ ਰਹੇ ਨੇ ਹੋਮ ਓਨਰਸ ਨੂੰ ਕਿ ਭਾਈ ਜੇ ਤੁਸੀਂ ਉਹਨੂੰ ਰੈਂਟ 'ਤੇ ਨਹੀਂ ਚਾੜੋਗੇ ਜਾਂ ਤੁਸੀਂ ਆਪ ਨਹੀਂ ਮੂਵ ਹੋਵੋਗੇ ਤਾਂ ਉਸ ਘਰ ਦੇ ਉੱਤੇ ਤੁਹਾਨੂੰ ਟੈਕਸ ਲੱਗੇਗਾ। ਹੁਣ ਇਹਦੇ ਉੱਤੇ ਕਈ ਤਰ੍ਹਾਂ ਦੀ ਐਗਜ਼ੈਂਪਸ਼ਨਸ ਵੀ ਹੈਗੀਆਂ ਨੇ। ਜੇ ਤੁਸੀਂ ਆਪਣੀ ਪ੍ਰੋਪਰਟੀ ਉੱਤੇ ਰਹਿ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਲੈਂਡ ਟੈਕਸ ਨਹੀਂ ਲੱਗਦਾ। ਜੇ ਤੁਸੀਂ ਹੌਲੀਡੇ 'ਤੇ ਜਾਂਦੇ ਹੋ ਬਟ ਉਹ ਘਰ ਜਿਹੜਾ ਹੈ ਤੁਹਾਡਾ ਪ੍ਰਾਇਮਰੀ ਰੈਜ਼ੀਡੈਂਟ ਹੈਗਾ, ਭਾਵੇਂ ਤੁਸੀਂ ਓਵਰਸੀਜ਼ ਲਈ ਚਲੇ ਜਾਂਦੇ ਹੋ 6 ਮਹੀਨੇ ਲਈ ਜਾਂ ਸਾਲ ਲਈ, ਤੁਸੀਂ ਉੱਥੇ ਨਹੀਂ ਰਹਿੰਦੇ ਬਟ ਦੈਟਸ ਯੂਅਰ ਪ੍ਰਾਇਮਰੀ ਰੈਜ਼ੀਡੈਂਟ, ਯਾਨੀ ਕਿ ਉਹ ਤੁਹਾਡਾ ਰਹਿਣ ਵਾਲਾ ਘਰ ਆ ਬਟ ਤੁਸੀਂ ਉੱਥੇ ਰਹਿ ਨਹੀਂ ਰਹੇ, ਤੁਸੀਂ ਓਵਰਸੀਜ਼ ਰਹਿ ਰਹੇ ਹੋ, ਤਾਂ ਵੀ ਤੁਹਾਨੂੰ ਇਹਦੇ ਉੱਤੇ ਟੈਕਸ ਨਹੀਂ ਲੱਗੇਗਾ। ਮੇਨ ਟੈਕਸ ਉਹ 'ਤੇ ਲੱਗੇਗਾ ਕਿ ਪ੍ਰੋਪਰਟੀ ਤੁਸੀਂ ਖਾਲੀ ਛੱਡੀ ਹੋਈ ਹੈ ਤਾਂ ਕੋਈ ਉਹਦੇ ਉੱਤੇ ਰਹਿ ਨਹੀਂ ਰਿਹਾ ਜਾਂ ਉਹਨੂੰ ਕੋਈ ਕੈਜੂਅਲੀ ਯੂਜ਼ ਕਰਦਾ ਆ, ਉਸ ਪ੍ਰੋਪਰਟੀ ਨੂੰ ਪ੍ਰੋਪਰਲੀ ਰੈਂਟ 'ਤੇ ਚਾੜਿਆ ਜਾਵੇ ਜਾਂ ਫਿਰ ਕਿਸੇ ਹੋਮ ਓਨਰ ਨੂੰ ਵੇਚਿਆ ਜਾਵੇ ਜਿਹੜਾ ਕਿ ਉੱਥੇ ਰਵੇ। ਨਾਲ ਉਹ ਕਹਿੰਦੇ ਨੇ ਕਿ 2026 ਦੇ ਵਿੱਚ ਇਹਨੂੰ ਹੋਰ ਐਕਸਪੈਂਡ ਕੀਤਾ ਜਾਏਗਾ ਔਰ ਇਹਦੇ ਵਿੱਚ ਉਹ ਰੈਜ਼ੀਡੈਂਸ਼ੀਅਲ ਜ਼ੋਨ ਲੈਂਡ ਵੀ ਲੈ ਕੇ ਆਈ ਜਾਏਗੀ ਜਿਹੜੀ ਹਜੇ ਤੱਕ ਡਿਵੈਲਪ ਨਹੀਂ ਹੋਈ ਹੈ। ਯਾਨੀ ਕਿ ਜਿਹੜੇ ਲੋਕਾਂ ਨੇ ਪਿਛਲੇ ਕੁਝ ਸਮੇਂ ਦੇ ਵਿੱਚ ਰੈਜ਼ੀਡੈਂਸ਼ੀਅਲ ਅਪਰੂਵਡ ਲੈਂਡ ਜਿੱਥੇ ਏਕੜਾਂ ਦੇ ਹਿਸਾਬ ਨਾਲ, ਜਿਹਨੂੰ ਆਪਾਂ ਗੱਲ ਕਰ ਰਹੇ 100 ਏਕੜ 200 ਏਕੜ 50 ਏਕੜ ਦੇ ਹਿਸਾਬ ਦੇ ਨਾਲ ਜਾਂ ਹੋਰ ਵੀ ਵੱਧ ਜਿਹੜੀ ਲੈਂਡ ਹੋਲਡ ਕਰਕੇ ਰੱਖੀ ਹੋਈ ਹੈ, ਉਹ ਰੈਜ਼ੀਡੈਂਸ਼ੀਅਲ ਜ਼ੋਨ ਅਪਰੂਵਡ ਹੈਗੀ ਆ, ਉਹਨੂੰ ਡਿਵੈਲਪ ਨਹੀਂ ਕਰ ਰਹੇ, ਉਹਨੂੰ ਵੀ ਇਹਦੇ ਵਿੱਚ ਲੈ ਕੇ ਆਉਣਗੇ। ਹੁਣ ਇਸ ਟੈਕਸ ਦੇ ਵਿੱਚ ਜਿਹੜਾ ਇਹਨਾਂ ਨੇ ਐਕਸਪੈਂਸ਼ਨ ਕੀਤੀ ਹੈ ਇਹ ਸਾਡੇ ਭਾਈਚਾਰੇ ਨੂੰ ਡਾਇਰੈਕਟਲੀ ਇੰਪੈਕਟ ਕਰੇਗੀ ਕਿਉਂਕਿ ਪਹਿਲਾਂ ਜਿਹੜੇ 16 ਇਲਾਕੇ ਸੀਗੇ, ਤੁਸੀਂ ਲਿਸਟ ਦੇਖ ਸਕਦੇ ਹੋ ਸਕਰੀਨ ਦੇ ਉੱਤੇ, ਇਹਨਾਂ ਇਲਾਕਿਆਂ ਦੇ ਵਿੱਚ ਸਾਡੇ ਭਾਈਚਾਰੇ ਦੇ ਬਹੁਤ ਜ਼ਿਆਦਾ ਲੋਕ ਨਹੀਂ ਰਹਿੰਦੇ, ਸਾਡੀ ਕਮਿਊਨਿਟੀ ਬਹੁਤ ਘੱਟ ਰਹਿੰਦੀ ਆ, ਇਸ ਕਰਕੇ ਉਹ ਜ਼ਿਆਦਾ ਪ੍ਰਭਾਵਿਤ ਨਹੀਂ ਸੀਗੇ। ਅਸੀਂ ਜ਼ਿਆਦਾਤਰ
ਆਊਟਰ ਸਬਰਬ ਦੇ ਵਿੱਚ ਰਹਿੰਦੇ, ਭਾਵੇਂ ਉਹ ਨਾਰਥ ਹੋਵੇ, ਵੈਸਟ ਹੋਵੇ, ਈਸਟ ਹੋਵੇ, ਸਾਊਥ ਈਸਟ ਹੋਵੇ। ਅਸੀਂ ਸਾਰੀ ਸਾਡੀ ਕਮਿਊਨਿਟੀ ਹੈ ਉਹ ਬਾਹਰਲੇ ਇਲਾਕਿਆਂ ਦੇ ਵਿੱਚ ਰਹਿੰਦੀ ਹੈ। ਬਟ ਹੁਣ ਜਿੱਦਾਂ ਉਹ ਇਲਾਕੇ ਵੀ ਇਹਦੇ ਵਿੱਚ ਸ਼ਾਮਿਲ ਕਰ ਲਏ ਨੇ, ਤਾਂ ਬਹੁਤ ਸਾਰੇ ਸਾਡੇ ਲੋਕਾਂ ਨੇ ਲੈਂਡ ਲੈ ਕੇ ਰੱਖੀ ਹੋਈ ਹੈ, ਜਿਹੜੀ ਖਾਲੀ ਛੱਡੀ ਹੋਈ ਹੈ, ਮਲਟੀਪਲ ਬਲੌਕਸ ਲੈ ਕੇ ਰੱਖੇ ਹੋਏ ਨੇ। ਔਰ ਜਿਹੜਾ ਰੇਟ ਆਫ ਇੰਟਰਸਟ ਵਧਿਆ, ਇਹਦੇ ਕਰਕੇ ਉਹ ਬਣਾ ਨਹੀਂ ਪਾ ਰਹੇ ਆ। ਆਪਣੀ ਕਮਿਊਨਿਟੀ ਦੇ ਕਾਫੀ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਏਕੜਸ ਦੇ ਵਿੱਚ ਵੀ ਕਾਫੀ ਇਨਵੈਸਟ ਕੀਤਾ, ਯਾਨੀ ਕਿ ਵੱਡੀਆਂ ਲੈਂਡਸ ਦੇ ਵਿੱਚ ਵੀ ਇਨਵੈਸਟ ਕੀਤਾ। ਔਰ ਇਹਨਾਂ 'ਚੋਂ ਕਾਫੀ ਲੈਂਡਸ ਰੈਜ਼ੀਡੈਂਸ਼ੀਅਲ ਜ਼ੋਨਡ ਹੈਗੀਆਂ ਨੇ, ਤਾਂ ਉਹ ਉਹਨੂੰ ਇਸ ਸਮੇਂ ਹੋਲਡ ਕਰਕੇ ਬੈਠੇ ਨੇ। ਤਾਂ ਜੇ ਉਹ ਰੈਜ਼ੀਡੈਂਸ਼ੀਅਲ ਜ਼ੋਨ ਹੈ ਔਰ ਇਹਦੇ ਉੱਤੇ ਇਹ ਟੈਕਸ ਜੋ ਕਿ ਨਵਾਂ ਵੈਕੈਂਟ ਰੈਜ਼ੀਡੈਂਸ਼ੀਅਲ ਲੈਂਡ ਟੈਕਸ ਆ ਰਿਹਾ ਆ, ਹੁਣ ਇਹ ਲੱਗਦਾ ਆ ਤਾਂ ਡਾਇਰੈਕਟਲੀ ਉਹਨਾਂ ਦੇ ਉੱਤੇ ਵੀ ਇਹਦਾ ਪ੍ਰਭਾਵ ਪਏਗਾ। ਬਟ ਐਕਚੁਅਲ ਦੇ ਵਿੱਚ ਇਹ ਜ਼ਮੀਨ ਦੇ ਉੱਤੇ ਇਹਦਾ ਕੀ ਇੰਪੈਕਟ ਪਊਗਾ, ਇਹ ਜਦੋਂ ਟੈਕਸ ਇੱਕ ਵਾਰ ਪਾਸ ਹੋ ਜਾਂਦਾ ਪਾਰਲੀਮੈਂਟ ਦੇ ਵਿੱਚ ਔਰ ਇਹ ਲਾਗੂ ਹੋ ਜਾਂਦਾ, ਉਦੋਂ ਜਿਹੜੇ ਡਾਕੂਮੈਂਟਸ ਹੋਣਗੇ ਉਦੋਂ ਸਾਨੂੰ ਕਲੀਅਰ ਕੱਟ ਦੀ ਜਾਣਕਾਰੀ ਮਿਲੇਗੀ। ਤਾਂ ਆਪਾਂ ਜਦੋਂ ਵੀ ਉਹ ਟੈਕਸ ਪਾਸ ਹੋ ਕੇ ਆਉਂਦਾ ਔਰ ਉਹਦੀ ਜਾਣਕਾਰੀ ਵੱਧ ਆਉਂਦੀ ਹੈ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮਿਲਦੇ ਹਾਂ ਜੀ ਅਗਲੇ ਵੀਡੀਓ ਵਿੱਚ। ਥੈਂਕ ਯੂ ਜੀ।